ਸਤਿ ਸ਼੍ਰੀ ਅਕਾਲ, ਸਵਾਗਤ है सारे ही दर्शकों का। मैं हाँ गगनदीप सिंह लैके हाजिर हाँ सूबे दीयां खास खबरां। मुख मंत्री कैप्टन अमरिंदर सिंह दे वल्लों बीते दिनी दिल्ली के जंतर मंतर के उत्ते धरना प्रदर्शन किया गया सी, जिस तो बाद खबरां सी कि कैप्टन अमरिंदर सिंह के परिवार नूं ईडी अते इनकम टैक्स के वल्लों नोटिस जारी होए ने, जिन्हां नोटिसां दे उत्ते कैप्टन अमरिंदर सिंह खुल के बोले ने। की कुछ कहना है पंजाब के मुख मंत्री कैप्टन अमरिंदर सिंह दा, तुहानूं भी सुणाउने आ। मुझे और प्रणीत कौर जी को उन्होंने इनकम टैक्स नोटिस भेजे और सिर्फ यही नहीं है, 27 तारीख को हमने 20 को बिल पास किया, 27 को ये हुआ और उसके बाद 28 तारीख को मेरे दोनों ग्रैंड डॉटर्स को भी भेज दिया। एक लॉ पढ़ रही है और एक की मंगनी होने वाली है 8 तारीख को। सो इट इज़ द होल फैमिली हैज रिसीव्ड नोटिस। सर नोटिस की दबाने की कोशिश की जा रही है। मैं तो हाले पढ़े नहीं, मैं तो वकीलों ने दिते हुए ने, वो देख लें पहले। सीएम साहब ट्रेनां बंद कीतियां गईयां, माल गेट इस तो इलावा आरडीएफ रोकिया गया कि पंजाब के उत्ते आर्थिक प्रतिबंध लगा के दबाने की कोशिश की जा रही है। ਤੁਹਾਨੂੰ ਕੀ ਲੱਗਦਾ? मैं तो यही कह रहा कि ਜਦੋਂ देखो कॉन्स्टिट्यूशनल गारंटी का मतलब क्या है कि संविधानिक तौर पर ਅਸੀਂ सौ खाने हैं कि जो थोड़ा ड्यू है ਅਸੀਂ देवांगे और ਹੁਣ 3 क्वार्टर ਤੁਸੀਂ मिस करते, सिर्फ मार्च का क्वार्टर दिता है, फिर 3 क्वार्टर पेंडिंग पे ने, 10,000 करोड़ के करीब वो पेंडिंग है। एंड RDF इज़ फॉर रूरल डिवेलपमेंट फंड, ਜਿਹੜੇ रूरल डिवेलपमेंट ਸਾਨੂੰ ਚਾਹੀਦੀ ਆ ਆਪਣੇ ਸੜਕਾਂ ਬਣਾਉਣੀਆਂ, ਪਿੰਡਾਂ ਦੀ ਮੁਰੰਮਤ ਕਰਨੀ ਵਗੈਰਾ, ਉਹ ਸਾਰਾ ਉਹ ਤੁਸੀਂ ਬੰਦ ਕਰਤਾ ਤੇ ਤੁਹਾਨੂੰ ਆਪ ਸਮਝ ਲਓ ਕਿ ਕਿਉਂ ਕਰ ਰਹੇ ਨੇ। ਬੀਤੇ ਦਿਨੀ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆਏ ਨੇ, ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ। ਕੀ ਕੁਝ ਕਹਿਣਾ ਸਿੱਧੂ ਦਾ, ਆਓ ਸੁਣਾਉਂਦੇ ਆ। ਧੱਕੇ ਮਾਰੇ ਰਾਜੇ ਨੂੰ ਕਿਸਾਨ ਦਾ ਪਵਿੱਤਰ ਸੰਘਰਸ਼ ਚੱਲ ਰਿਹਾ। ਅਰੇ ਯਾਰ ਝੰਡੇ ਤੇ ਡੰਡੇ ਦਾ ਸੰਘਰਸ਼, ਈਮਾਨਦਾਰੀ ਨਾਲ ਕਰ ਰਿਹਾ ਨੌਨ ਵਾਇਲੈਂਟ ਸੰਘਰਸ਼। ਸਮਝਦੇ ਹੋ? ਇਹ 2-2 ਲੱਖ ਦੇ 7 ਨੁਮਾਇੰਦਿਆਂ ਨੂੰ, 2-2 ਲੱਖ ਬੰਦੇ, ਉਹਨਾਂ ਦੇ 7 ਨੁਮਾਇੰਦਿਆਂ ਨੂੰ ਉੱਥੇ ਬਾਰਡਰ ਦੇ ਉੱਤੇ ਬਿਨਾਂ ਕਿਸੇ ਕਾਰਨ ਨਾਜਾਇਜ਼ ਰੋਕਣਾ, ਫਿਰ ਧੱਕੇ ਮਾਰਨੇ। ਇਹ ਕਿਸਾਨ ਦੇ ਉਸ ਪਵਿੱਤਰ ਸੰਘਰਸ਼ ਦਾ ਨਿਰਾਦਰ ਹੈ ਔਰ ਅਪਮਾਨ ਹੈ। ਲੇਕਿਨ ਲੋਕਾਂ ਦੀ ਤਾਕਤ ਵੇਖੋ। ਅਸੀਂ ਉੱਥੋਂ ਲਾਈਵ ਕੀਤਾ ਜਦੋਂ, ਤੇ ਉਹੀ ਬੰਦੇ ਜਿਹੜੇ ਉੱਥੇ ਇਲੀਗਲੀ ਡਿਟੇਨ ਕਰ ਰਹੇ ਸੀ ਬਿਨਾਂ ਕਿਸੇ ਕਾਗਜ਼ ਦੇ, ਉਹੀ ਬੰਦੇ ਐਸਕੌਰਟ ਕਰਕੇ ਪਿਓ ਬਣਾ ਕੇ ਛੱਡ ਕੇ ਗਏ ਨੇ। ਇਹ ਤਾਕਤ ਹੈ ਪੰਜਾਬ ਦੇ ਕਿਸਾਨ ਦੀ, ਪੰਜਾਬ ਦੇ ਕਿਸਾਨ ਦੇ ਪਵਿੱਤਰ ਸੰਘਰਸ਼ ਦੀ ਔਰ ਲੋਕਤੰਤਰ ਦੀ। ਇਹ ਲੋਕਤੰਤਰ ਨੂੰ ਡੰਡਾ ਤੰਤਰ ਨਹੀਂ ਬਣਾ ਸਕਦੇ ਤੁਸੀਂ। ਇਹ ਹਰ ਚੀਜ਼ ਡਿਕਟੇਟੋਰੀਅਲ ਨਹੀਂ ਕਰ ਸਕਦੇ ਤੁਸੀਂ। ਲੋਕਾਂ ਦੀਆਂ ਸਰਕਾਰਾਂ ਲੋਕਾਂ ਦੇ ਵਾਸਤੇ ਹੁੰਦੀਆਂ ਨੇ, ਤੇ ਅੱਜ ਸਰਕਾਰਾਂ ਦੋ ਪੂੰਜੀਪਤੀਆਂ ਦੇ ਵਾਸਤੇ ਅੱਜ ਪੰਜਾਬ ਦੇ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਕੁਚਲ ਰਹੇ ਨੇ। ਇਹ ਕਿੱਥੋਂ ਦਾ ਇਨਸਾਫ ਹੈ ਭਾਈ? ਇਸ ਕਰਕੇ ਧਰਨਾ ਹੋਏਗਾ ਔਰ ਮੈਂ ਕਿਹਾ ਜਾਨ ਦੀ ਬਾਜ਼ੀ ਲਾ ਕੇ ਵੀ ਹੋਏਗਾ। ਸਾਰਾ ਪੰਜਾਬ ਨਾਲ ਖੜਾ ਹੈ ਔਰ ਇਹ ਨਾ ਸਮਝਣਾ ਕਿ ਇਹ 70% ਕਿਸਾਨ ਪੰਜਾਬ ਦੇ ਵਰਸਸ 1-2 ਨਾ, ਇਹ ਸਾਰੇ ਪੰਜਾਬ ਦਾ ਸੰਘਰਸ਼ ਹੈ। ਕਿਉਂਕਿ ਕਿਸਾਨ ਸਾਡੀ ਪਛਾਣ ਹੈ, ਕਿਸਾਨ ਸਾਡੀ ਆਨ ਬਾਨ ਸ਼ਾਨ ਹੈ। ਸਿੱਧੂ ਸਾਹਿਬ ਸੈਂਟਰ ਗਵਰਨਮੈਂਟ ਇੱਕ ਵੀ ਇੰਚ ਅਰਬਨ ਨਕਸਲ ਫਲਾਇਆ ਜਾ ਰਿਹਾ ਹੈ। ਅਮਨ ਸ਼ਾਂਤੀ ਕਿਸਾਨ ਦੇ ਪਵਿੱਤਰ ਸੰਘਰਸ਼ ਨੂੰ, ਨੌਨ ਵਾਇਲੈਂਟ ਸੰਘਰਸ਼ ਨੂੰ ਇਹ ਬਾਹਰ ਦੀ ਤਾਕਤ ਦਾ ਨਾਂ ਦੇ ਦੇਣਾ, ਮੈਂ ਕਹਿ ਰਿਹਾ ਨਾ ਕਿ ਇਹ ਕਿਸਾਨਾਂ ਦਾ ਔਰ ਪੰਜਾਬ ਦਾ ਅਪਮਾਨ ਕਰ ਰਹੇ ਔਰ ਇਹ ਤਿਨਕਿਆਂ ਵਾਂਗੂ ਉੱਡ ਜਾਣਾ। ਇਹ ਜਿਹੜੀ ਇਹ ਛੋਟੀ ਮੋਟੀ ਇਲਜ਼ਾਮਬਾਜ਼ੀ ਹੈ ਨਾ, ਇਹ ਤਿਨਕਿਆਂ ਤੂਫਾਨ ਜਬ ਝੂਮ ਕੇ ਉੱਠੇਗਾ ਤਿਨਕੋਂ ਸੇ ਨਾ ਟਾਲਾ ਜਾਏ। ਪ੍ਰਧਾਨ ਮੰਤਰੀ ਕੋਲੇ ਜਾਣਾ ਚਾਹੀਦਾ ਸੀਗਾ। ਮੈਨੂੰ ਉਸ ਸਬ ਇੰਸਪੈਕਟਰ ਨੇ ਕਿਹਾ ਕਿ ਜੀ ਹਮੇ ਉੱਪਰ ਸੇ ਨਿਰਦੇਸ਼। ਮੈਂ ਉਹਨੂੰ ਕਿਹਾ ਵੀ ਭਾਈ ਕਾਗਜ਼ ਦਿਖਾ। ਤੂੰ ਇੱਕ ਫਾਰਮਰ 4 ਵਾਰ ਦੇ MP ਨੂੰ, ਧਮਾਨ ਸਾਹਿਬ ਵੀ ਨਾਲ ਨੇ, ਆ ਦੇਖੋ ਇਹ 7 ਬੰਦੇ, ਵੀ ਤੁਸੀਂ ਰੋਕ ਰਹੇ ਹੋ ਕਿ ਕੋਈ ਰਿਟਨ ਆਰਡਰ ਹੈ? ਕਹਿੰਦਾ ਜੀ ਆ ਰਹਾ ਹੈ। ਮੈਂ ਕਿਹਾ ਦਿਖਾ। ਫਿਰ ਉਸ ਤੋਂ ਬਾਅਦ ਅਸੀਂ ਲਾਈਵ ਕਰਤਾ। ਮੈਂ ਕਿਹਾ ਲੋਕਾਂ ਨੂੰ ਤਾਂ ਪਤਾ ਲੱਗੇ ਕਿ ਇਹ ਕੀ ਕਰ ਰਹੇ ਨੇ, ਇਹ ਕੈਸੀ ਤਾਨਾਸ਼ਾਹ ਸਰਕਾਰ ਹੈ। ਔਰ ਜਦੋਂ ਅਸੀਂ ਲਾਈਵ ਕੀਤਾ, ਆ ਮੁੰਡਾ ਖੜਾ ਸਮਿਤ, ਇਹਨੇ ਜਦੋਂ ਲਾਈਵ ਕੀਤਾ
ਉਹਦੇ ਨਾਲ ਦੀ ਨਾਲ ਖਲਬਲੀ ਮਚ ਗਈ। ਇਹ ਭਾਈ ਇਹ ਜਿਹੜਾ ਸੰਘਰਸ਼ ਹੈ, ਸੰਘਰਸ਼ ਪੰਜਾਬੀਆਂ ਦਾ ਕਹਿਣਾ ਹੈ। ਬੀਜੇਪੀ ਕਹਿ ਰਹੀ ਹੈ ਮੈਂ ਕਿਹਾ ਇੱਕ ਗੱਲ ਨੂੰ ਸੁਣ ਲਓ, ਰੁਕੇ ਨਾ ਜੋ ਝੁਕੇ ਨਾ ਜੋ ਦਬੇ ਨਾ ਜੋ ਉਸੇ ਪੰਜਾਬੀ ਕਹਤੇ। ਤੇ ਅਹਿਮਦ ਸ਼ਾਹ ਅਬਦਾਲੀ ਹੈ, ਉਹ ਕਹਿੰਦੇ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ ਉਦੋਂ ਨਾ ਦਵੇ ਧੌਣ ਲਾਈ ਮੱਸੇ ਰੰਗੜ ਦੀ। ਤੇ ਇੱਕ ਗੱਲ ਯਾਦ ਰੱਖਿਓ, ਇਹ ਸੰਘਰਸ਼ ਜਿੰਨਾ ਚੂਨੇ ਦੀ ਛੱਤ ਦੇ ਉੱਤੇ ਤੁਸੀਂ ਵਾਰ ਕਰੋਗੇ ਉਨੀ ਤਕੜੀ ਹੋਊ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵੱਲੇ ਹੋਏ। ਤੇ ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੇ ਸਿਆਸੀ ਬਿਆਨਾਂ ਤੇ। ਕੈਪਟਨ ਸਾਹਿਬ ਸਾਡੇ ਸੀਐਮ ਨੇ, ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਸੂਬੇ ਦਾ ਹੈੱਡ ਬਣਾਇਆ। ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਮਸਲੇ ਦਾ ਹੱਲ ਕਰਾਉਣ, ਨਾ ਕਿ ਉਹ ਖੁਦ ਹੀ ਡਰਾਮੇਬਾਜ਼ੀਆਂ ਕਰਨ ਲੱਗ ਜਾਣ। ਨਿੱਤ ਕੋਈ ਨਵਾਂ ਡਰਾਮਾ ਕਰ ਲੈਂਦੇ ਆ। ਹੁਣ ਜਾ ਕੇ ਉੱਥੇ ਕਹਿੰਦੇ ਰਾਸ਼ਟਰਪਤੀ ਨੂੰ ਮਿਲਣਾ ਹੈ, ਰਾਸ਼ਟਰਪਤੀ ਜੀ ਕੀ ਕਰ ਲੈਣਗੇ ਜੀ? ਤੁਸੀਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨਾਲ ਮਿਲ ਕੇ ਗੱਲ ਕਰਕੇ ਉਹਨਾਂ ਨੂੰ ਮੋਦੀ ਜੀ ਕੋਲ ਲੈ ਕੇ ਜਾਣਾ। ਆਪਣੇ ਆਕਾ ਜਿਹੜਾ ਉਹਨਾਂ ਦਾ ਪਹਿਲਾਂ ਵੀ ਤਾਂ ਉਹਦੀ ਹਰ ਗੱਲ ਮੰਨਦੇ ਹੀ ਹੈ ਮੋਦੀ ਦੀ, ਤੇ ਇੱਕ ਗੱਲ ਉਹ ਤੋਂ ਵੀ ਮਨਾ ਲੈਣ। ਤੇ ਬਜਾਏ ਇਸ ਦੇ ਕਿ ਉਹ ਕੋਈ ਉਹਦਾ ਹੱਲ ਕਰਨ। ਪਿਛਲੇ 2.5-3 ਮਹੀਨੇ ਹੋ ਗਏ, ਰੋਜ਼ ਕੋਈ ਨਵਾਂ ਡਰਾਮਾ ਉਹਨਾਂ ਦਾ ਸ਼ੁਰੂ ਹੋ ਜਾਂਦਾ ਹੈ। ਕਦੇ ਮੈਂ ਰਾਜਘਾਟ ਤੇ ਜਾਊਂਗਾ ਜੀ, ਕਦੇ ਮੈਂ ਜੇ ਉਹਨਾਂ ਨੇ ਬਿੱਲ ਲਿਆ ਕੇ, ਜਿਹੜੇ ਬਿੱਲ ਸੋ ਕਾਲਡ ਜਿਹੜੇ ਕਹਿੰਦੇ ਮੈਂ ਰੱਦ ਕਰਤਾ, ਟੀਵੀ ਤੇ ਐਡਾਂ ਚੱਲਣ ਲੱਗ ਗਈਆਂ, ਚੱਲੀ ਜਾਂਦੇ ਨੇ ਆਟੋ ਰਿਕਸ਼ੇ, ਬੋਰਡ ਲੱਗ ਗਏ, ਪੰਜਾਬ ਦੀ ਸਰਕਾਰ ਕਿਸਾਨ ਦੇ ਨਾਲ, ਜੇ ਕਿਸਾਨ ਖੁਸ਼ਹਾਲ ਤਾਂ ਪਤਾ ਨਹੀਂ ਕੀ। ਤੇ ਫਿਰ ਜੇ ਇਹ ਹੋ ਗਿਆ ਤਾਂ ਫਿਰ ਉਹ ਕਿਸਾਨ ਕਿਉਂ ਬੈਠੇ ਨੇ ਧਰਨਿਆਂ ਤੇ? ਰੇਲਾਂ ਦੇ ਮਾਮਲੇ 'ਚ ਕਦੇ ਜੇਪੀ ਨੱਡੇ ਨੂੰ ਚਿੱਠੀ ਲਿਖਤੀ, ਕਦੇ ਰੇਲ ਮੰਤਰੀ ਨੂੰ ਚਿੱਠੀ ਲਿਖਤੀ। ਇਹ ਚਿੱਠੀਆਂ ਨਾਲ ਹੋਊਗਾ ਹਾਲੇ? ਉਹ ਕਿਸਾਨ ਗਏ, ਉਹਨਾਂ ਨੇ ਬੁਲਾਏ, ਉੱਥੇ ਕੋਈ ਮਿਲ ਨਹੀਂ ਆਇਆ ਉਹਨਾਂ ਨੂੰ। ਇਹ ਫਰਜ਼ ਪੰਜਾਬ ਸਰਕਾਰ ਦੇ ਹੈੱਡ ਜਿਹੜੇ ਨੇ ਰਾਜਾ ਅਮਰਿੰਦਰ ਸਿੰਘ ਜੀ ਦਾ ਬਣਦਾ ਕਿ ਕਿਸਾਨਾਂ ਨੂੰ ਨਾਲ ਲੈ ਕੇ ਜਾਣ, ਉੱਥੇ ਮਿਲਣ। ਇਹ ਕਿਹੜੀ ਗੱਲ ਹੈ ਕਿ ਰਾਸ਼ਟਰਪਤੀ ਨੂੰ ਮੈਨੂੰ ਟਾਈਮ ਨਹੀਂ ਦਿੱਤਾ, ਹੁਣ ਮੈਂ ਰਾਜਘਾਟ ਤੇ ਬਹਿ ਜਾਊਂਗਾ? ਰਾਸ਼ਟਰਪਤੀ ਜੀ ਕੋਲ ਕੀ ਮਿਲ ਜੂਗਾ ਜੇ ਟਾਈਮ ਮਿਲ ਵੀ ਗਿਆ? ਉਹਨੇ ਕਹਿਣਾ ਜਾਓ, ਵਾਪਸ ਜਾਓ। ਜਦੋਂ ਅਸੀਂ ਕਹੀ ਜਾਂਦੇ ਹਾਂ ਕਿ ਦੇਖੋ ਛੱਤੀਸਗੜ੍ਹ ਨੇ ਆਪਦਾ ਐਕਟ ਲਾਗੂ ਕੀਤਾ, ਉਹ 'ਚ ਛੱਤੀਸਗੜ੍ਹ ਐਕਟ ਹੈ ਉਹ, ਠੀਕ ਹੈ ਜੀ। ਇੱਧਰ ਪੰਜਾਬ ਵੱਲੋਂ ਅਮੈਂਡਮੈਂਟ ਹੈ, ਫਰਕ ਹੈ ਇਹਦੇ 'ਚ। ਇਹ ਮਿਲ ਕੇ ਮੋਦੀ ਨਾਲ ਇਹਨਾਂ ਨੇ ਡਰਾਮਾ ਰਚਿਆ। ਇਹ ਨਿੱਤ ਦੀਆਂ ਡਰਾਮੇਬਾਜ਼ੀਆਂ ਜਿਹੜੀਆਂ ਨੇ ਤੁਸੀਂ ਜਾ ਕੇ ਦੇਖੋ, ਅੱਜ ਵੀ ਪੰਪਾਂ ਤੇ ਟ੍ਰੇਨਾਂ ਦੀਆਂ ਲਾਈਨਾਂ ਤੇ ਟੋਲ ਪਲਾਜ਼ਿਆਂ ਤੇ ਪਰਿਵਾਰਾਂ ਸਮੇਤ ਬੈਠਾ ਕਿਸਾਨ। ਉਹਨਾਂ ਨੂੰ ਕੋਈ ਫੋਟੋਆਂ ਖਿਚਾਉਣ ਦਾ ਚਾਹ ਹੈ, ਉਹਨੂੰ ਕੋਈ ਟੀਵੀ ਤੇ ਆਉਣ ਦਾ ਚਾਹ, ਉਹਨਾਂ ਦਾ ਹੱਲ ਕਰਵਾਓ। ਇਹ ਕਾਨੂੰਨ ਜਿਹੜੇ ਨੇ ਰੱਦ ਕਰਵਾਓ। ਸੋ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਉੱਥੇ ਜਾ ਕੇ ਅੱਜ ਦਿੱਲੀ ਲੈ ਗਏ ਸਾਰਿਆਂ ਨੂੰ ਇਕੱਠੇ ਕਰਕੇ, ਉੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹੋ ਗਿਆ। ਮਤਲਬ ਇਹ ਦਿੱਲੀ ਦਾ ਧਰਨਾ ਅਸੀਂ 12 ਅਕਤੂਬਰ ਨੂੰ ਲਾਤਾ ਸੀ, ਠੀਕ ਹੈ। ਸਾਰਾ ਕੁਝ ਪਤਾ ਹੈ ਉਹਨਾਂ ਨੂੰ ਕਿ ਕਾਨੂੰਨ ਕਿੱਥੇ ਨੇ, ਕਿੱਥੇ ਵਿਰੋਧ ਹੋ ਰਿਹਾ, ਸਾਰਾ ਕੁਝ ਪਤਾ ਹੈ। ਤਾਈਓ ਜਾਣਬੁੱਝ ਕੇ ਸਾਡੇ ਮਾਲ ਗੱਡੀਆਂ ਰੋਕ ਦਿੰਦੇ ਨੇ, ਗਰੰਟੀ ਮੰਗਦੇ ਆ। ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਇੱਕ ਪਾਸੇ ਜਿੱਥੇ ਟ੍ਰੇਨਾਂ ਰੁਕੀਆਂ ਨੇ, ਟ੍ਰੇਨਾਂ ਰੁਕਣ ਦੇ ਨਾਲ ਪੰਜਾਬ ਦੇ ਅਰਥਚਾਰੇ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ, ਉੱਥੇ ਹੀ ਰੇਲਵੇ ਨੂੰ ਵੀ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ। ਰੇਲਵੇ ਦੇ ਮੁਤਾਬਿਕ ਪਿਛਲੇ ਮਹੀਨੇ ਦੇ ਦਰਮਿਆਨ ਰੇਲਵੇ ਨੂੰ 1200 ਕਰੋੜ ਦੇ ਕਰੀਬ ਦਾ ਘਾਟਾ पंजाब सूबे दे विच ट्रेनां बंद होने दे चलदियां पिया है। देखिए, अभी तक जो हम लोगों ने अनुमान लगाया है, इससे हमारी 1200 करोड़ रुपए की तो रेलवे की डायरेक्ट फ्रेट अर्निंग का नुकसान हो चुका है। और उसमें जो हमारे को वहाँ से लोडिंग मिलती थी, जो पंजाब में फूड ग्रेन मेनली और दूसरी चीज़ें भी जो दूसरी जगह जाती थी, वो बिल्कुल बंद है। और बाहर से कोल आता था, कंटेनर आते थे, ये सब चीज़ें भी अंदर रेलवे के माध्यम से नहीं पहुंच पा रही हैं। तो ये 70 रेक डेली का एस्टिमेटेड लॉस है और मॉनिटरी टर्म से वो लॉस 1200 करोड़ रुपए का हो जाता है। उसके अलावा उससे ज़्यादा महत्वपूर्ण, उसी के बराबर महत्वपूर्ण है पैसेंजर्स को जो तकलीफ़ हो रही है, पर्टिकुलरली इन दिस पीरियड जब सोशल डिस्टेंसिंग बहुत इंपॉर्टेंट हो जाती है, लेकिन ट्रेन ना चलने की वजह से लोगों को दूसरे माध्यम से चलना पड़ता है। उसमें कैपेसिटी कम हो गई है। जैसे रेलवे कैपेसिटी थी, कुछ बसेस की कैपेसिटी थी, उससे जो आम पब्लिक थी वो ट्रैवल करा करती थी। अब उनके पास रेलवे की कैपेसिटी तो ज़ीरो हो गई है, बिकॉज ट्रेन नहीं चल रही है। और बाकी जो माध्यम है उनसे लोग ट्रैवल कर रहे होंगे, तकलीफ भी होगी और साथ साथ सोशल डिस्टेंसिंग ना फॉलो करने की वजह से हेल्थ रिस्क भी हो गई है। तो अभी दिवाली आ रही है, छठ पूजा आ रही है उसके बाद, तो ये अत्यंत आवश्यक है कि ये ट्रैक्स क्लियर हो जाएं, जिससे रेलवे ट्रेन जल्दी से जल्दी चला सके और लोगों की असुविधा को कम कर सके। ਪਰਾਲੀ ਸਾੜਨ ਨੂੰ ਲੈ ਕੇ ਰੇੜਕਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਰੇੜਕੇ ਦੇ ਵਿੱਚ ਕਦੇ ਕਿਸਾਨਾਂ ਦੇ ਉੱਤੇ ਨਵਾਂ ਕਾਨੂੰਨ ਲਗਾਉਣ ਦੀਆਂ ਗੱਲਾਂ ਹੁੰਦੀਆਂ ਨੇ ਤੇ ਕਦੇ ਕਿਸਾਨਾਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ, ਪਰ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਟੌਤੀ ਮਹਿਸੂਸ ਨਹੀਂ ਕੀਤੀ ਜਾ ਰਹੀ। ਲਗਾਤਾਰ
ਪਰਾਲੀ ਸਾੜਨ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ। ਇਸ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਦਿੱਲੀ ਸਰਕਾਰ ਦੇ ਵੱਲੋਂ ਇੱਕ ਘੋਲ ਤਿਆਰ ਕੀਤਾ ਗਿਆ ਹੈ, ਨਵੀਂ ਖੋਜ ਜਿਹੜੀ ਦਿੱਲੀ ਦੇ ਵਿੱਚ ਕੀਤੀ ਗਈ ਹੈ, ਜਿਸ ਦੇ ਨਾਲ ਪਰਾਲੀ ਦਾ हल बहुत सस्ते ढंग के नाल सरकारां करवा सकती हैं। कि कुछ कीता है अरविंद केजरीवाल ने, आओ सुनते हैं। किसान जब वो पराली जलाता है उसको खुद कितना प्रदूषण बर्दाश्त करना पड़ता है, पूरे गांव को कितना प्रदूषण बर्दाश्त करना पड़ता है। आसपास के राज्यों की सरकारों ने उनके लिए कुछ भी नहीं किया किसानों के लिए, और किसान अपनी फसल जलाने के स्टबल जलाने के लिए पराली जलाने के लिए मजबूर हुआ और वो सारा धुआं पूरे उत्तर भारत में फैल जाता है। तो इस दिशा में पूसा इंस्टीट्यूट के साथ मिलकर दिल्ली सरकार ने इस बार एक अहम कदम उठाया है। दिल्ली के सारे खेतों के अंदर हम लोगों ने पूसा इंस्टीट्यूट ने जो बायोडिकम्पोजर केमिकल बनाया था वो छिड़काव किया। 13 तारीख को छिड़काव किया था, आज 4 तारीख है और आज हम यहाँ पे जब खड़े हैं तो वो पूरा का पूरा सारा पराली गल चुकी है, बिल्कुल खाद में कन्वर्ट हो चुकी है और अब इसकी बुआई का काम शुरू हो सकता है यहाँ पे खेतों के अंदर। तो अब दिल्ली के लोगों ने पहली बार पूसा इंस्टीट्यूट के साथ मिलके एक समाधान दिया है पराली का। जो अभी तक कहा जा रहा था कि क्या करें हो नहीं सकता, ये है वो है, सब्सिडी किसी तरह इतना सस्ता समाधान है और इतना अच्छा समाधान है कि पराली जो है वो अब खाद में कन्वर्ट हो रही है। तो मैं उम्मीद करता हूँ कि ये आखिरी साल होगा जब हम ये प्रदूषण बर्दाश्त कर रहे हैं। अब किसी सरकार के पास कोई बहाना नहीं है अपने किसानों को तंग करने का। किसान बहुत दुखी हो चुके हैं, किसान नहीं जलाना चाहते पराली। मेरी बहुत किसानों से बात हुई है पंजाब में, मेरी बहुत किसानों से बात हुई है हरियाणा में, वो पराली नहीं जलाना चाहते। उधर दिल्ली ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਧਰਨੇ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ। ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਿਕਨਿਕ ਮਨਾਉਣ ਦੇ ਲਈ ਗਏ ਨੇ। देखो दिल्ली धरना नहीं लाया मेरा भी, दिल्ली पिकनिक वास्ते गए है। कैप्टन अमरिंदर सिंह ने 5 सितारा होटल 'ਚ ਤਾਂ ਰੋਟੀ ਖਾਣੀ ਹੈ, ਤੋਂ ਬਾਅਦ ਫਿਰ ਸ਼ਾਮ ਦਾ ਪਟਿਆਲਾ ਪੈਗ ਲਾਉਣਾ ਔਰ ਘਰ ਨੂੰ ਆ ਜਾਣਾ, ਲੋਕਾਂ ਨੂੰ ਮੂਰਖ ਬਣਾ ਕੇ। ਜਿਹੜੇ ਕਾਨੂੰਨ ਤੁਸੀਂ ਆਪ ਪੰਜਾਬ ਦੀ ਕਾਂਗਰਸ ਨੇ ਮੰਨ ਲਏ, ਕੀ ਕਾਨੂੰਨ ਕੀ ਮੰਨੇ? ਕਹਿੰਦੇ ਜੀ ਅਸੀਂ ਕਾਲੇ ਕਾਨੂੰਨ 'ਚ ਅਮੈਂਡਮੈਂਟ ਲਿਆਵਾਂਗੇ, ਤਬਦੀਲੀ ਲਿਆਵਾਂਗੇ। ਤਬਦੀਲੀ ਲਿਆਉਣਾ, ਅਮੈਂਡਮੈਂਟ ਲਿਆਉਣਾ ਮਤਲਬ ਕਾਲੇ ਕਾਨੂੰਨਾਂ ਨੂੰ ਕਬੂਲ ਕਰਨਾ। ਉਹ ਕਾਨੂੰਨਾਂ ਨੂੰ ਕਬੂਲ ਕਰਕੇ ਅੱਜ ਤੁਸੀਂ ਲੋਕਾਂ ਨੂੰ ਕਿਵੇਂ ਮੂਰਖ ਬਣਾ ਸਕਦੇ ਹੋ? ਜਿਹੜਾ ਹਲੇ ਗਵਰਨਰ ਨੇ ਨਹੀਂ ਪਾਸ ਕੀਤਾ ਔਰ ਜਿਹੜਾ ਕਾਨੂੰਨ ਆਲਰੇਡੀ ਰਾਸ਼ਟਰਪਤੀ ਪਾਰਲੀਮੈਂਟ ਦੇ ਜੋ ਪਾਸ ਹੋ ਗਏ ਔਰ ਰਾਸ਼ਟਰਪਤੀ ਨੇ ਉਸ ਤੇ ਹਸਤਾਖਰ ਵੀ ਕਰਤੇ ਹੈ, ਸਾਈਨ ਵੀ ਕਰਤੇ। ਅਸੀਂ ਗਏ ਸੀ ਉਹਨਾਂ ਨੂੰ ਇਹ ਬੇਨਤੀ ਕਰਨ ਕਿ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਆਪ ਦੇ ਦਸਤਖਤ ਨਾ ਕਰੋ, ਮਗਰ ਉਹਨਾਂ ਨੇ ਕਰਤੇ। ਬੱਚਾ ਇਹ ਗੱਲ ਸਮਝਦਾ ਹੈ ਕਿ ਐਗਰੀਕਲਚਰ ਇੱਕ ਸੂਬੇ ਦੀ ਐਂਟਰੀ 14 'ਚ ਸੂਬੇ ਅਧਿਕਾਰ ਖੇਤਰ ਆਉਂਦਾ। ਮੈਂ ਵਧਾਈ ਦਿੰਦਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਕਾਂਗਰਸ ਦੇ ਨੇ ਭੁਪੇਸ਼ ਬਘੇਲ ਜੀ ਨੇ ਸਾਰੇ ਸੂਬੇ ਨੂੰ ਮੰਡੀ ਐਲਾਨਿਆ ਇਸ ਲਈ ਕਿਉਂਕਿ ਉਹ 1961 ਦੇ ਐਕਟ ਥੱਲੇ, APMC ਐਕਟ ਥੱਲੇ ਐਗਰੀਕਲਚਰ ਸੂਬੇ ਦੇ ਅਧਿਕਾਰ ਖੇਤਰ ਥੱਲੇ ਸੀ। ਉਹ ਕੰਮ ਇਹ ਕਰ ਸਕਦੇ ਸੀ ਤੇ ਪ੍ਰਾਈਵੇਟ ਅਦਾਰੇ ਨਾ ਆਉਂਦੇ। ਮਗਰ ਜਿਸ ਤਰੀਕੇ ਨਾਲ ਦਿੱਲੀ ਦੀ ਸਰਕਾਰ ਨਾਲ ਰਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਪ੍ਰਾਈਵੇਟ ਅਦਾਰਿਆਂ ਨੂੰ ਪੰਜਾਬ 'ਚ ਲਿਆਇਆ ਜਾ ਰਿਹਾ। ਅੱਜ ਦੀ ਖਬਰ ਲੱਗੀ ਹੋਈ ਹੈ ਕਿ ਮੰਡੀ ਬੋਰਡ ਨੇ ਹਿਮਾਚਲ ਦੀ ਇੱਕ ਫੈਕਟਰੀ ਆ ਉਹਦੇ ਲਈ ਸਾਰੀ ਫੀਸ ਮਾਫ ਕਰਤੀਆਂ ਨੇ। ਦਿੱਲੀ ਦੇ ਕਾਨੂੰਨਾਂ ਦੇ ਤਹਿਤ ਆਲਰੇਡੀ ਮਨਜ਼ੂਰੀ ਸਾਰੇ ਉਹਦੀ ਪਰਚੇਸ ਨੂੰ ਦੇਤੀ ਹੈ। ਇਸ ਲਈ ਕੈਪਟਨ ਦੇ ਦੰਦ ਵਿਖਾਉਣ ਨੂੰ ਹੋਰ ਚਬਾਉਣ ਨੂੰ ਹੋਰ ਹਾਲਾਤ ਬਣੇ ਪਏ ਆ। ਉਹ ਇਸ ਲਈ ਇਕੱਲੇ ਮੂਰਖ ਲੋਕਾਂ ਨੂੰ ਬਣਾਉਣਾ ਚਾਹੁੰਦੇ ਆ। ਲੋਕਾਂ ਨੂੰ ਆਪ ਦੀ ਜਿਹੜੀ ਨਲਾਇਕੀਆਂ ਨੇ, ਆਪ ਦੀ ਜਿਹੜੀਆਂ ਕਮੀ ਪੇਸ਼ੀਆਂ ਨੇ ਉਹ ਤੋਂ ਧਿਆਨ ਭਟਕਾਉਣ ਵਾਸਤੇ ਅੱਜ ਦਿੱਲੀ ਗਏ, ਹੋਰ ਕੱਖ ਨਹੀਂ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਧਰਨੇ ਦੇ ਉੱਤੇ ਭਾਜਪਾ ਆਗੂ ਤਰੁਣ ਚੁੱਗ ਨੇ ਜਵਾਬ ਦਿੱਤਾ ਹੈ। ਤਰੁਣ ਚੁੱਗ ਦਾ ਕਹਿਣਾ ਹੈ ਕਿ ਇਹ ਧਰਨਾ ਇੱਕ ਫੋਟੋ ਸੈਸ਼ਨ ਸੀ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਦੇ ਨਾਲ ਪਹੁੰਚੇ ਨੇ ਤੇ ਪਹੁੰਚ ਕੇ ਉੱਥੇ ਉਹਨਾਂ ਨੇ ਫੋਟੋ ਸ਼ੂਟ ਕਰਵਾਇਆ ਤੇ ਵਾਪਸ ਪਰਤ ਆਏ ਨੇ। ਕੀ ਕੁਝ ਕਹਿਣਾ ਇਸ ਭਾਜਪਾ ਆਗੂ ਦਾ, ਆਓ ਸੁਣਦੇ ਹਾਂ। ਤਾਂ ਅੱਜ ਦਾ ਧਰਨਾ ਇੱਕ ਫੋਟੋ ਸ਼ੂਟ, ਫਿਲਮੀ ਡਰਾਮੇਬਾਜ਼ੀ ਤੋਂ ਜ਼ਿਆਦਾ ਕੁਝ ਨਹੀਂ। ਮਹਾਤਮਾ ਗਾਂਧੀ ਦੀ ਪਵਿੱਤਰ ਰਾਜਘਾਟ ਨੂੰ ਤੁਸੀਂ ਅੱਜ ਅਪਵਿੱਤਰ ਕੀਤਾ ਹੈ। ਨਕਲੀ ਗਾਂਧੀ ਖੁਸ਼ ਹੋਏ ਨਾ ਹੋਏ, ਦੇਸ਼ ਦੁਖੀ ਹੋਇਆ ਕਿ ਦੇਸ਼ ਦਾ ਇੱਕ ਚੀਫ ਮਿਨਿਸਟਰ ਆਪਣੀ ਛੋਟੀ ਸੋਚ ਕਾਰਨ
ਪੰਜਾਬ ਨੂੰ ਦਾਅ ਤੇ ਲਾ ਰਿਹਾ ਹੈ। ਕੈਪਟਨ ਸਾਹਿਬ, ਅੱਜ ਪੰਜਾਬ ਦਾ ਉਦਯੋਗ, ਵਪਾਰ, ਕਿਸਾਨੀ ਤੁਸੀਂ ਸੰਕਟ 'ਚ ਪਾਈ ਹੈ। ਜਿਹੜੀ ਇਹ ਅਰਬਨ ਨਕਸਲ ਦੀ ਸੋਚ ਹੈ, ਇੰਡਸਟਰੀ ਬੰਦ ਕਰਾ ਦਿਓ, ਵਪਾਰ ਬੰਦ ਕਰਾ ਦਿਓ, ਇਹ ਦੇਸ਼ ਵਿਰੋਧੀ ਹੈ, ਦੇਸ਼ ਵਿਰੋਧੀ ਹੈ। ਕਾਰਪੋਰੇਟ ਘਰਾਣੇ ਬਾਹਰ ਕੱਢ ਦੇਗੇ। ਕਿਹਨੂੰ ਕੱਢਣਾ ਚਾਹੁੰਦੇ ਆ ਪੰਜਾਬ ਚੋਂ? HPCL ਨੂੰ ਕੱਢਣਾ ਚਾਹੁੰਦੇ, ਹੀਰੋ ਹਾਂਡਾ ਨੂੰ ਕੱਢਣਾ ਚਾਹੁੰਦੇ, ਟਰਾਈਡੈਂਟ ਗਰੁੱਪ ਨੂੰ ਕੱਢਣਾ ਚਾਹੁੰਦੇ। ਕੈਪਟਨ ਸਾਹਿਬ, ਰਾਜਨੀਤਿਕ ਫਿਲਮੀ ਸ਼ੂਟ ਉਹ ਵੀ 1 ਘੰਟੇ ਦਾ, 4 ਘੰਟੇ ਵੀ ਧਰਨਾ ਲਾਉਣ ਵਾਸਤੇ ਟਾਈਮ ਨਹੀਂ। ਔਰ ਕਿਸਾਨ ਔਰ ਕ੍ਰਿਸ਼ੀ ਦੀ ਤੁਹਾਡੀ ਕੀ ਸੰਜੀਦਗੀ ਹੈ, ਕਿੰਨੀ ਇਮਾਨਦਾਰੀ ਹੈ, ਇੱਥੋਂ ਦਿਸਦੀ ਹੈ। ਕੜਿਆਲੀ ਆਂਸੂ ਬਹਾਉਣ ਨਾਲ ਸ਼ਹੀਦ ਨਹੀਂ ਹੋਏ ਲੋਕ। ਕ੍ਰਿਸ਼ੀ ਬਿੱਲ ਪੜੋ, ਕ੍ਰਿਸ਼ੀ ਬਿੱਲ ਦੇ ਅੰਦਰ ਇੱਕ ਸ਼ਬਦ ਕਿਸਾਨ ਔਰ ਕ੍ਰਿਸ਼ੀ ਦੇ ਹੱਕ 'ਚ ਹੈ। ਜਾਣਬੁੱਝ ਕੇ ਝੂਠ ਬੋਲ ਕੇ ਤੁਸੀਂ ਕਿਸਾਨਾਂ ਨੂੰ ਰੇਲ ਪਟਰੀਆਂ ਤੇ, ਸੜਕਾਂ ਤੇ ਅੰਦੋਲਨ 'ਚ ਲਿਆਂਦਾ। ਮੈਂ ਫੋਟੋਆਂ ਜਾਰੀ ਕੀਤੀਆਂ ਹੁਣੇ ਤੁਹਾਨੂੰ, ਇਹ ਸਾਰੀਆਂ ਫੋਟੋਆਂ ਰੇਲਵੇ ਸਟੇਸ਼ਨ ਦੀਆਂ, ਔਰ ਤੁਸੀਂ ਅੱਜ ਰਾਜਘਾਟ ਤੇ ਬੈਠ ਕੇ ਝੂਠ ਬੋਲਿਆ ਕਿ ਸਟੇਸ਼ਨਸ ਖਾਲੀ ਹੋ ਚੁੱਕੇ। ਮੈਂ ਤੁਹਾਨੂੰ ਫੋਟੋਆਂ ਹੁਣੇ ਪਾਈਆਂ ਵੀਡੀਓਜ਼ ਦੇ ਵਿੱਚ ਕਿ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਹਜੇ ਵੀ ਅੰਦੋਲਨਕਾਰੀ ਬੈਠੇ। ਰੇਲਵੇ ਵਿਭਾਗ ਦੇ ਵੱਲੋਂ 7 ਨਵੰਬਰ ਤੱਕ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਆਉਣ ਦੇ ਉੱਤੇ ਰੋਕ ਵਧਾ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਸਨਅਤੀ ਅਦਾਰਿਆਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਨਅਤੀ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਕਾਰਖਾਨਿਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਬਹੁਤ ਵੱਡੇ ਨੁਕਸਾਨ ਦੇ ਵਿੱਚੋਂ ਹੋ ਕੇ ਉਹ ਵਪਾਰੀ ਗੁਜ਼ਰ ਰਹੇ ਨੇ, ਕਿਉਂਕਿ ਨਾ ਹੀ ਕੱਚਾ ਮਾਲ ਆ ਰਿਹਾ ਹੈ ਤੇ ਨਾ ਹੀ ਪੱਕਿਆ ਹੋਇਆ ਮਾਲ ਕਿਤੇ ਜਾ ਰਿਹਾ, ਜਿਸ ਦੇ ਚੱਲਦਿਆਂ ਬਹੁਤ ਵੱਡਾ ਨੁਕਸਾਨ ਇਸ ਵਾਰ ਉਹਨਾਂ ਨੂੰ ਵੇਖਣ ਨੂੰ ਮਿਲ ਰਿਹਾ। ਉਧਰ ਦੀਵਾਲੀ ਦਾ ਤਿਉਹਾਰ ਹੋਣ ਦੇ ਚੱਲਦਿਆਂ ਬਹੁਤ ਵੱਡਾ ਨੁਕਸਾਨ ਵਪਾਰਕ ਅਦਾਰਿਆਂ ਦੇ ਨਾਲ ਖਰੀਦਦਾਰਾਂ ਨੂੰ ਵੀ ਹੈ, ਕਿਉਂਕਿ ਮਹਿੰਗੇ ਭਾਅ ਦੇ ਉੱਤੇ ਇਸ ਵਾਰ ਸਾਰੀਆਂ ਵਸਤੂਆਂ ਖਰੀਦਣੀਆਂ ਪੈਣਗੀਆਂ। ਦੇਖੋ, ਸਟੀਲ ਦੀ ਤਾਂ ਇਸ ਟਾਈਮ ਬਹੁਤ ਵੱਡੀ ਸਾਨੂੰ ਪ੍ਰੋਬਲਮ ਹੋ ਗਈ ਹੈ। ਸਟੀਲ ਦੀ ਪ੍ਰੋਬਲਮ ਇਹ ਹੋ ਗਈ ਹੈ ਵੀ ਜਿਹੜੇ ਸਟੀਲ ਬ੍ਰੋਕਰ ਸੀਗੇ ਜਾਂ ਸਟੀਲ ਮੈਨੂਫੈਕਚਰ ਸੀ, ਉਹ ਬਲੈਕਮੇਲਿੰਗ ਤੇ ਆ ਗਏ ਆ। ਉਹ ਸਾਨੂੰ ਤਕਰੀਬਨ ਰੇਟ ਉਹਨੇ ਜ਼ਿਆਦਾ ਇਨਕਰੀਜ਼ ਨਹੀਂ ਹੋਏ ਹੈਗੇ। ਅਗਰ ਦੇਖਿਆ ਜਾਵੇ ਤਾਂ ਜਿਹੜੀ ਬਲੈਕ ਮਾਰਕੀਟਿੰਗ ਆ, ਡਿਊ ਟੂ ਟ੍ਰੇਨ ਦੀ ਪ੍ਰੋਬਲਮ ਆ ਜਾਂ ਟਰਾਂਸਪੋਰਟ ਪ੍ਰੋਪਰ ਨਹੀਂ ਆ ਰਹੇ, ਤਕਰੀਬਨ ਸਾਡਾ 10,000 ਰੁਪਏ ਟਨ ਰੇਟ ਇਨਕਰੀਜ਼ ਹੋ ਗਿਆ, ਜਿਹਦੇ ਵਿੱਚ 4-5 ਹਜ਼ਾਰ ਦੀ ਤਾਂ ਬਲੈਕ ਇਨਕਰੀਜ਼ ਹੋ ਗਈ ਹੈ। ਔਰ ਦੂਸਰਾ ਜਿਹੜਾ ਸਾਨੂੰ ਕ੍ਰੈਡਿਟ ਮਿਲਦਾ ਸੀ 30 ਦਿਨ ਦਾ, ਕੋਈ 15 ਦਿਨ ਦਾ ਕ੍ਰੈਡਿਟ ਮਿਲ ਜਾਂਦਾ ਸੀ ਅੱਗੇ, ਉਹ ਹੁਣ ਤਾਂ ਅਗਲੇ ਕਹਿੰਦੇ ਜੀ ਸਾਡਾ ਅਕਾਊਂਟ ਨੰਬਰ ਆ, ਅਕਾਊਂਟ 'ਚ ਪੈਸੇ ਪਾ ਦਿਓ ਫਿਰ ਮਟੀਰੀਅਲ ਆਊਗਾ। ਸੋ ਸਾਨੂੰ ਬਹੁਤ ਮਲਟੀ ਪ੍ਰੋਬਲਮਾਂ ਸਟੀਲ ਦੇ ਵਿੱਚ ਹੋ ਰਹੀਆਂ, ਔਰ ਅਸੀਂ ਸੈਂਟਰ ਤੋਂ ਬੜੀ ਵਾਰੀ ਡਿਮਾਂਡ ਕੀਤੀ ਹੈ, ਸਾਡੀ ਐਸੋਸੀਏਸ਼ਨ ਨੇ, ਅਸੀਂ ਸਾਰਿਆਂ ਨੇ, ਵੀ ਇਹਦੇ ਤੇ ਸਟੀਲ ਰੈਗੂਲੇਟਰੀ ਕਮਿਸ਼ਨ ਬਣਨਾ ਚਾਹੀਦਾ ਵਾ, ਤਾਂ ਕਿ ਅਗਰ ਰੇਟ ਵਾਕਈ ਕੋਈ ਇਹਦੇ ਕੋਲ ਵੱਧ ਗਿਆ ਜਾਂ ਆਇਰਨ ਔਰ ਵੱਧ ਗਿਆ ਤਾਂ ਫਿਰ ਉਹ ਰੇਟ ਇਨਕਰੀਜ਼ ਕਰਨ। ਇਹ ਤਾਂ ਚੁੱਪ ਕੀਤੇ ਜਦੋਂ ਪਤਾ ਨਹੀਂ ਲੱਗਦਾ, ਜਦੋਂ ਮਰਜ਼ੀ ਰੇਟ ਵਧਾ ਦਿੰਦੇ ਆ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।